ਹਰਕਿਰਤ ਸਿੰਘ ਬੱਲ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਸੰਗਤ ਵੇਖ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਹੋਵੋਗੇ। ਇਸ ਵੇਲੇ ਗੱਲਬਾਤ ਕਰਨ ਦੇ ਜਿਹੜੇ ਸਾਡੇ ਮੁੱਖ ਤੇ ਪ੍ਰਮੁੱਖ ਵਿਸ਼ੇ ਇਸ ਪ੍ਰਕਾਰ ਰਹਿਣਗੇ। ਅੱਜ ਪੰਜਾਬ ਦੇ ਵਿੱਚ ਜਿਹੜਾ ਕਾਫੀ ਦਿਨਾਂ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਰੁਝਾਨ ਸੀ, ਉਹਦੇ ਨਤੀਜੇ ਅੱਜ ਸਨ। ਅੱਜ 7 ਨਗਰ ਨਿਗਮ ਤੇ 108 ਜਿਹੜੇ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਜਿਹੜੇ ਨਤੀਜਿਆਂ ਦੀ ਘੋਸ਼ਿਤ ਕਰ ਦਿੱਤੇ ਗਏ ਨੇ। ਭਾਵੇਂ ਕਿ ਇਸ ਵੇਲੇ ਗਿਣਤੀ ਚੱਲ ਰਹੀ ਹੈ, ਪਰ ਬਹੁਤ ਥਾਵਾਂ ਤੇ ਜਿਹੜੇ ਨਤੀਜੇ ਉਹ ਸਾਹਮਣੇ ਆ ਗਏ ਨੇ। ਨਤੀਜਿਆਂ ਦੇ ਵਿੱਚ ਕੁਝ ਕਿਹੜੇ ਉਮੀਦਵਾਰ ਅੱਗੇ ਰਹੇ, ਕਿਹੜੀ ਪਾਰਟੀ ਨੇ ਜ਼ਿਆਦਾ ਜਿੱਤ ਜਿਹੜੀ ਪ੍ਰਾਪਤ ਕੀਤੀ, ਕੌਣ ਲੀਡ ਤੇ ਹੈ, ਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਅਸੀਂ ਹੋਰ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਸਰ ਛੋਟੂ ਰਾਮ ਨੂੰ ਸ਼ਰਧਾਂਜਲੀਆਂ ਦਿੱਤੀ ਗਈਆਂ। ਕਿਸਾਨ ਏਕਤਾ ਵਜੋਂ ਦਿਵਸ ਜਿਹੜਾ ਮਨਾਇਆ ਗਿਆ, ਉਸ 'ਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਬਸੰਤ ਪੰਚਮੀ ਦੇ ਮੌਕੇ ਕਿਸਾਨ ਮੋਰਚਿਆਂ ਦੇ ਵਿੱਚ ਜਿਹੜਾ ਹਵਨ ਵੀ ਕੀਤਾ ਗਿਆ। ਗਣਤੰਤਰ ਦਿਵਸ ਜਿਹੜੀ ਹਿੰਸਾ ਹੋਈ ਆ, ਉਹਦੇ ਲਈ ਸਰਕਾਰ ਜ਼ਿੰਮੇਵਾਰ ਆ, ਇਹ ਕਹਿਣਾ ਹੈ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ, ਉਹਨਾਂ ਦੇ ਦਾਦਾ ਜੀ ਹਰਦੀਪ ਸਿੰਘ ਵੱਲੋਂ। ਜਿਹੜਾ ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਮਾਮਲਾ, ਉਹਦੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੀ, ਜਿਹੜੀਆਂ ਮਹਾ ਪੰਚਾਇਤਾਂ ਰੱਦ ਕੀਤੀਆਂ ਗਈਆਂ। ਇਹਨਾਂ ਸਾਰੇ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸੀਨੀਅਰ ਸਤਿਕਾਰਯੋਗ ਸਹਿਯੋਗੀ ਮਦਨਦੀਪ ਜੀ ਹਾਜ਼ਰ ਨੇ। ਮਦਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਮਦਨਦੀਪ ਜੀ, ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਜ਼ਿਆਦਾਤਰ ਕਿਸਾਨ ਅੰਦੋਲਨ ਦਾ ਤਾਂ ਭਾਵੇਂ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ, ਉਹਨਾਂ ਦੇ ਕਰਕੇ ਜਿਹੜੀ ਚਰਚਾ ਸੀ, ਕਾਫੀ ਜਿਹੜੀ ਖੁੰਡ ਚਰਚਾ ਜਾਂ ਨੁੱਕੜਾਂ ਦੇ ਵਿੱਚ ਜਿਹੜੀ ਮਾਹੌਲ ਸੀ ਸ਼ਹਿਰਾਂ ਦਾ, ਉਹ ਜ਼ਿਆਦਾਤਰ ਇਹਨਾਂ ਵੋਟਾਂ ਦੇ ਵੱਲ ਰੁਝਾਨ ਸੀ। ਅੱਜ ਜਿਹੜੀ ਉਮੀਦਵਾਰ ਨੇ, ਉਹਨਾਂ ਦੀ ਜਿਹੜੀ ਕਿਸਮਤ ਹੈ, ਜਿਹੜੀ ਚੁਣਿਆ ਸੀ ਲੋਕਾਂ ਨੇ, ਜਿਹੜਾ ਭਰੋਸਾ ਜਤਾਇਆ, ਉਹਦੇ ਵਿੱਚ ਜੇ ਵੇਖਿਆ ਜਾਵੇ ਤਾਂ ਜ਼ਿਆਦਾਤਰ ਕਾਂਗਰਸ ਪਾਰਟੀ ਆ ਜਿਹੜੀ ਉਹ ਕਲੀਨ ਸਵੀਪ ਕਾਫੀ ਥਾਵਾਂ 'ਤੇ ਕਰ ਗਈ ਆ। ਜੇ ਨਗਰ ਨਿਗਮ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਜ਼ਿਆਦਾ, ਜੇ ਮਦਨਦੀਪ ਜੀ ਗੱਲ ਕੀਤੀ ਤਾਂ 2 ਜਗ੍ਹਾ ਦੇ ਉੱਤੇ ਤਾਂ ਸਾਫ਼ ਹੀ ਜ਼ਾਹਿਰ ਹੋ ਗਿਆ ਕਿ ਅਬੋਹਰ ਦੇ ਵਿੱਚ ਕਾਂਗਰਸ ਨੂੰ 50 ਦੇ ਵਿੱਚੋਂ 49 ਜਿਹੜੀਆਂ ਉਹ ਸੀਟਾਂ ਪ੍ਰਾਪਤ ਹੋ ਗਈਆਂ ਤੇ 1 ਜਿਹੜੀ ਸੀਟ ਆ ਉਹ ਅਕਾਲੀ ਦਲ ਦੇ ਹਿੱਸੇ ਆਈ। ਇਸ ਤੋਂ ਇਲਾਵਾ ਮਦਨਦੀਪ ਜੀ, ਜੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਵਿੱਚ ਨਗਰ ਨਿਗਮ ਦੇ ਵਿੱਚ ਕਾਂਗਰਸ ਨੂੰ 40, ਅਕਾਲੀ ਦਲ ਨੂੰ 4, ਬੀਜੇਪੀ ਨੂੰ 4 ਤੇ ਕਾਂਗਰਸ ਨੂੰ 2 ਸੀਟਾਂ ਪ੍ਰਾਪਤ ਹੋਈਆਂ। ਕਿਵੇਂ ਵੇਖਦੇ ਹੋ ਜੀ? ਦੇਖੋ, ਇਹਦੇ 'ਚ ਸਭ ਤੋਂ ਪਹਿਲੀ ਦੇਖਣ ਵਾਲੀ ਗੱਲ ਇਹ ਹੈ ਜੀ ਕਿ ਕਾਂਗਰਸ ਸੱਤਾਧਾਰੀ ਪਾਰਟੀ ਹੈ ਜੀ, ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ, ਜਿਹਨੂੰ ਆਪਾਂ ਕਹਿ ਲਈਏ ਪੰਜਾਬੀ 'ਚ ਕਹਾਵਤ ਆ, ਜਿਹਦੇ ਹੱਥ ਲਾਠੀ ਉਹਦੀ ਭੈਂਸ। ਹਾਂਜੀ, ਠੀਕ ਹੈ ਨਾ ਜੀ। ਮਤਲਬ ਆਮ ਤੌਰ ਤੇ ਇਹੀ ਰਵਾਇਤ ਚੱਲਦੀ ਆ ਰਹੀ ਹੈ ਚੋਣਾਂ ਦੇ ਦੌਰਾਨ ਜੀ, ਔਰ ਇਸ ਵਾਰ ਵੀ ਉਹੀ ਰਵਾਇਤ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੀ ਸੱਤਾ ਆ ਤੇ ਕਾਂਗਰਸ ਦੀ ਜਿਹੜੀ ਹੈਗੀ ਆ ਨਗਰ ਨਿਗਮਾਂ ਤੇ ਜਿਹੜੀਆਂ ਕੌਂਸਲਾਂ ਆ, ਉਹਦੇ ਤੇ ਵੀ ਕਾਂਗਰਸ ਜਿਹੜੀ ਹੈ ਉਹ ਕਲੀਨ ਸਵੀਪ ਨਜ਼ਰ ਆ ਰਹੀ ਹੈ। ਪਰ ਮੈਂ ਇੱਕ ਗੱਲ ਤੋਂ ਬਹੁਤ ਪਰੇਸ਼ਾਨ ਹੁੰਦਾ ਆ, ਪੱਤਰਕਾਰ ਹੋਣ ਦੇ ਨਾਤੇ ਵੀ ਤੇ ਇੱਕ ਸੁਚੇਤ ਨਾਗਰਿਕ ਹੋਣ ਦੇ ਨਾਤੇ ਵੀ। ਇੱਕ ਪਾਸੇ ਅਸੀਂ ਜਿਹੜੀਆਂ ਇਹ ਚੋਣਾਂ, ਆਮ ਚੋਣਾਂ ਜਿਹੜੀਆਂ ਹੈਗੀਆਂ, ਪੰਚਾਇਤੀ ਚੋਣਾਂ ਹੋਣ, ਨਗਰ ਕੌਂਸਲ ਦੀਆਂ ਹੋਣ ਜਾਂ ਨਗਰ ਨਿਗਮ ਦੀਆਂ ਹੋਣ, ਅਸੀਂ ਇਹਨਾਂ ਨੂੰ ਜਮਹੂਰੀਅਤ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਇਹ ਮਤਲਬ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਅਸੀਂ ਪੰਚਾਇਤੀ ਰਾਜ ਮਜ਼ਬੂਤ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਜਮਹੂਰੀਅਤ ਨੂੰ ਮਜ਼ਬੂਤ ਨਹੀਂ ਕਰ ਸਕਦੇ। ਪਰ ਹੈਰਾਨੀ ਇਸ ਗੱਲ ਦੀ ਹੈਗੀ ਹੈ ਕਿ ਸਿਰਫ ਇਹ ਐਵੇਂ ਨਾਅਰੇਬਾਜ਼ੀ ਬਣ ਕੇ ਰਹਿ ਗਈ ਹੈ, ਜਦ ਕਿ ਇਹਨਾਂ ਚੋਣਾਂ ਨੂੰ ਇਉਂ ਧੱਕੀ ਫਿਰਦੇ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ, ਜਿਵੇਂ ਤੁਸੀਂ ਦੂਜੇ ਤਾਂ ਕੁਛ ਲੱਗਦੇ ਹੀ ਨਹੀਂ ਇਹਦੇ ਕੁਛ ਵੀ। ਮੇਰਾ ਇਹ ਇਲਜ਼ਾਮ ਨਹੀਂ ਹੈਗਾ, ਪਰ ਅਸੀਂ ਦੇਖਦੇ ਹੋਣੇ ਆ, ਠੀਕ ਹੈ ਨਾ। ਇਹ ਮੇਰਾ ਕਾਂਗਰਸ ਤੇ ਇਲਜ਼ਾਮ ਇਕੱਲੀ ਪਾਰਟੀ ਤੇ ਨਹੀਂ ਹੈਗਾ, ਇਹ ਸਾਰੀਆਂ ਸੱਤਾਧਾਰੀ ਪਾਰਟੀਆਂ ਤੇ ਇਲਜ਼ਾਮ ਇਸ ਤਰ੍ਹਾਂ ਦਾ ਮੇਰਾ। ਸੋ ਇਹਦੇ ਵਿੱਚ ਪਹਿਲੀ ਗੱਲ ਤੇ ਹੈ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਜੇ ਕਾਂਗਰਸ ਕਲੀਨ ਸਵੀਪ ਕਰ ਰਹੀ ਹੈ, ਕੋਈ ਹੈਰਾਨੀ ਦੀ ਗੱਲ ਨਹੀਂ ਜੇ ਕਾਂਗਰਸ ਦੇ ਮੇਅਰ ਬਣ ਰਹੇ ਆ, ਕੋਈ ਹੈਰਾਨੀ ਦੀ ਗੱਲ ਨਹੀਂ ਹੈਗੀ ਜੇ ਕਾਂਗਰਸ ਦੇ ਵੱਧ ਕੈਂਡੀਡੇਟ ਜਿੱਤ ਰਹੇ ਆ। ਤਾਂ ਇਹ ਜਿੱਤਨੇ ਹੀ ਸੀ ਮੇਰੇ ਖਿਆਲ ਦੇ ਮੁਤਾਬਕ, ਅਸੀਂ ਇਵੇਂ ਹੀ ਵੇਖਦੇ ਆਉਣੇ ਆ। ਕਿਉਂਕਿ ਦੇਖੋ, ਦੂਜੇ ਪਾਸੇ ਇਹ ਵੀ ਹੈ, ਪੰਜਾਬ ਦੇ ਵਿੱਚ ਜਿਹੜੀ ਮੇਨ ਅਸੀਂ ਜਿਹੜੀ ਮੁੱਖ ਜਿਹੜੀ ਅਸੀਂ ਪਾਰਟੀ ਸਮਝਦੇ ਹਾਂ ਕਾਂਗਰਸ ਦੇ ਮੁਕਾਬਲੇ ਦੀ, ਉਹ ਹਾਲੇ ਤੱਕ ਅਕਾਲੀ ਦਲ ਸੀ। ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਅੱਛਾ ਕੀਤਾ ਹੈ, ਪਰ ਆਮ ਆਦਮੀ ਪਾਰਟੀ ਆਪਣੇ ਟੈਂਪੂ ਨੂੰ ਅੱਗੇ ਬਣਾ ਨਹੀਂ ਸਕੀ। ਪਰ ਜੇ ਅਸੀਂ ਇੱਕ ਦੂਜੀ ਪਾਰਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿਹੜਾ ਉਹ ਚੈਲੰਜ ਰਿਹਾ ਆ ਕਿਸੇ ਵੀ ਰੂਪ ਵਿੱਚ। ਪਰ ਪਿਛਲੇ ਦਿਨਾਂ ਤੋਂ
ਖਾਸ ਕਰਕੇ ਜਿਹੜੀਆਂ ਘਟਨਾਵਾਂ ਪੰਜਾਬ ਦੇ ਅੰਦਰ ਵਾਪਰੀਆਂ, ਜਿਹੜੀਆਂ ਧਾਰਮਿਕ ਘਟਨਾਵਾਂ ਆ, ਬੇਅਦਬੀਆਂ ਦੇ ਮਾਮਲੇ ਹੈਗੇ ਆ, ਉਸ ਤੋਂ ਬਾਅਦ ਜੋ ਅਕਾਲੀ ਦਲ ਦੇ ਹਾਲਾਤ ਹੋਏ ਆ, ਔਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਤੋਂ ਬਾਅਦ ਰਹਿੰਦੀ ਕਹਿੰਦੀ ਕਸਰ ਜਿਹੜੀ ਆ ਉਹ ਵੀ ਨਿਕਲ ਗਈ। ਜਿਹੜੀਆਂ ਗਲਤੀਆਂ ਕਰ ਬੈਠੇ ਉਹ ਸੱਤਾ ਦੇ ਲਾਲਚ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਣੀ ਵਿੱਚ ਕੇਂਦਰ ਦੇ ਵਿੱਚ ਹਿੱਸੇਦਾਰ ਸੀ ਅਕਾਲੀ ਦਲ ਪਾਰਟੀ, ਠੀਕ ਹੈ ਨਾ ਜੀ। ਤੇ ਕਿਸਾਨਾਂ ਦੇ ਹੱਕ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਉਹ ਡਟ ਕੇ ਨਹੀਂ ਖੜੇ, ਬੇਸ਼ੱਕ ਬਾਅਦ ਵਿੱਚ ਉਹ ਵਾਪਸ ਆ ਗਏ ਸਰਕਾਰ ਛੱਡ ਕੇ, ਪਰ ਨੁਕਸਾਨ ਕਾਫੀ ਕਰਵਾ ਬੈਠਾ ਅਕਾਲੀ ਦਲ। ਸੋ ਉਹਦਾ ਨੁਕਸਾਨ ਸਾਨੂੰ ਜਿਹੜਾ ਹੈਗਾ ਅਸੀਂ ਇੱਥੋਂ ਵੀ ਖਾਰਜ ਨਹੀਂ ਕਰ ਸਕਦੇ ਜੀ। ਜੋ ਕੁਝ ਅਕਾਲੀ ਦਲ ਨੂੰ ਇਹਨਾਂ ਚੋਣਾਂ ਦੇ ਵਿੱਚ ਕਰਨਾ ਚਾਹੀਦਾ ਸੀ ਉਹ ਅਕਾਲੀ ਦਲ ਨਹੀਂ ਕਰ ਸਕਿਆ। ਇਹ ਅਕਾਲੀ ਦਲ ਨੂੰ ਮੰਨਣਾ ਪਏਗਾ ਜੀ। ਅਕਾਲੀ ਦਲ ਅੱਗੇ ਤਾਂ ਹੀ ਆਪਣਾ ਜਿਹੜਾ ਭਵਿੱਖ ਹੈ ਰਾਜਨੀਤਿਕ ਉਹਨੂੰ ਬਿਹਤਰ ਦੇ ਸਕਦਾ ਹੈ ਜੇ ਇਹਨਾਂ ਚੋਣਾਂ ਨੂੰ ਪੂਰੀ ਗੰਭੀਰਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਸਾਡੀ ਇਹ ਹਾਰ ਆ, ਔਰ ਹਾਰ ਦੇ ਕਾਰਨ ਜਿਹੜੇ ਹੈਗੇ ਇਮਾਨਦਾਰੀ ਨਾਲ ਜਿੰਨੀ ਦੇਰ ਤੱਕ ਅਕਾਲੀ ਦਲ ਨਹੀਂ ਲਊਗਾ ਉਨੀ ਦੇਰ ਤੱਕ ਅਕਾਲੀ ਦਲ ਦਾ ਅੱਗੇ ਵਧਣਾ ਔਖਾ ਆ ਜੀ। ਰਹੀ ਗੱਲ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਵੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਨੂੰ ਵੀ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਜੀ। ਕਈ ਥਾਵਾਂ ਤੇ ਜਮਾਂ ਹੀ ਇਹਦਾ ਬਹੁਤੀਆਂ ਥਾਵਾਂ ਤੇ ਕਿਤੇ ਨਜ਼ਰ ਨਹੀਂ। ਪਰ ਮੈਂ ਇਸ ਗੱਲੋਂ ਬੜਾ ਹੈਰਾਨ ਹੁੰਦਾ ਆ ਕਿ ਆਮ ਆਦਮੀ ਪਾਰਟੀ ਕਿਉਂ ਨਹੀਂ ਮਤਲਬ ਲੋਕਾਂ 'ਚ ਆਪਣਾ ਮਾੜਾ ਮੋਟਾ ਜਿਹੜਾ ਅਸਰ ਉਹ ਪਾ ਸਕੀ। ਜੇ ਆਮ ਆਦਮੀ ਪਾਰਟੀ ਦੀ ਹਾਲਤ ਇੰਨੀ ਮਾੜੀ ਹੈ ਤਾਂ ਅੱਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਊਗੀ ਜੀ, ਠੀਕ ਹੈ ਨਾ। ਘੱਟੋ ਘੱਟ ਹਾਜ਼ਰੀ ਤਾਂ ਤੁਸੀਂ ਕਿਤੇ ਲਵਾਓ, ਕਿਤੇ ਹਾਜ਼ਰੀ ਨਜ਼ਰ ਨਹੀਂ ਆ ਰਹੀ। ਬਹੁਤ ਘੱਟ ਥਾਵਾਂ ਤੇ ਦਿਖਦੇ ਆ 1 2 4 ਜੇ ਕੈਂਡੀਡੇਟ ਕੋਈ ਜਿੱਤੇ ਆ ਤਾਂ। ਪਰ ਸ਼੍ਰੋਮਣੀ ਅਕਾਲੀ ਦਲ ਦਾ ਇਸ ਹੱਦ ਤੱਕ ਜਿਹੜਾ ਹੈਗਾ ਉਹ ਸਫਾਇਆ ਹੋਣਾ, ਇਹ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਇਹ ਪਹਿਲੂ ਹੈ ਇਹ ਵਿਚਾਰਨ ਵਾਲਾ ਹੈ ਜੀ ਜੀ। ਮਦਨਦੀਪ ਜੀ, ਪਰ ਇਹ ਵੀ ਗੱਲ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀਆਂ ਉਮੀਦਵਾਰ ਆ ਬਹੁਤ ਘੱਟ ਜਿੱਤੇ ਨੇ। ਜੇ ਵੇਖਿਆ ਜਾਵੇ ਆਮ ਆਦਮੀ ਪਾਰਟੀ ਨਾਲੋਂ ਜਿਹੜੇ ਆਜ਼ਾਦ ਉਮੀਦਵਾਰ ਆ ਉਹਨਾਂ ਤੇ ਲੋਕਾਂ ਨੇ ਜ਼ਿਆਦਾ ਵਿਸ਼ਵਾਸ ਜਤਾਇਆ। ਜੇ ਗੱਲ ਕੀਤੀ ਜਾਵੇ ਤਾਂ ਨੂਰ ਮਹਿਲ ਦੇ ਵਿੱਚ 12 ਸੀਟਾਂ ਦੇ ਉੱਤੇ 13 ਸੀਟਾਂ ਦੇ ਵਿੱਚੋਂ 12 ਸੀਟਾਂ ਦੇ ਉੱਪਰ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ ਤੇ ਇੱਕ ਉੱਥੇ ਅਕਾਲੀ ਦਲ ਦੇ ਜਿੱਤੇ ਨੇ। ਐਵੇਂ ਸ਼੍ਰੀ ਹਰਗੋਬਿੰਦਪੁਰੇ ਦੇ ਵਿੱਚ ਵੀ ਜਿਹੜੇ 7 ਉਮੀਦਵਾਰ ਆ ਜਿਹੜੇ ਆਜ਼ਾਦ ਜਿੱਤੇ ਨੇ। ਆਜ਼ਾਦ ਉਮੀਦਵਾਰਾਂ ਤੇ ਜ਼ਿਆਦਾ ਭਰੋਸਾ ਜਤਾਉਣਾ ਪਿਛਲੇ ਜੇ ਦੇਖਿਆ ਜਾਵੇ ਇਸ ਵਾਰ ਜਿਹੜੇ ਉਮੀਦਵਾਰਾਂ ਤੇ ਜ਼ਿਆਦਾ ਭਰੋਸਾ ਜਤਾਉਣ ਨੂੰ ਕਿਵੇਂ ਵੇਖ ਰਹੇ ਹੋ ਲੋਕਾਂ ਦੀ? ਕਈ ਥਾਵਾਂ ਤੇ ਲੋਕ ਜਿਹੜੇ ਹੈਗੇ ਆ ਦੋਨਾਂ ਪਾਰਟੀਆਂ ਤੋਂ ਨਿਰਾਸ਼ ਨੇ ਜੀ, ਠੀਕ ਹੈ ਨਾ। ਇਹ ਨਹੀਂ ਕਿਹਾ ਜਾ ਸਕਦਾ ਸਾਰੀਆਂ ਥਾਵਾਂ ਤੇ ਜਿਹੜਾ ਹੈਗਾ ਕਾਂਗਰਸ ਦਾ ਬੋਲਬਾਲਾ ਹੈਗਾ, ਨਿਰਾਸ਼ ਵੀ ਲੋਕ ਹੈਗੇ ਆ। ਪਰ ਤੁਸੀਂ ਦੇਖੋ ਵੀ ਇਹ ਨਿਰਾਸ਼ਾ ਜਿਹੜੀ ਹੈਗੀ ਹੈ, ਜਿਹੜੇ ਨਿਰਾਸ਼ ਵੋਟ ਰਿਹਾ ਪਾਰਟੀਆਂ ਤੋਂ ਜੀ, ਉਹਦਾ ਬਦਲ ਆਮ ਆਦਮੀ ਪਾਰਟੀ 'ਚ ਨਹੀਂ ਦੇਖ ਰਹੇ। ਸਭ ਤੋਂ ਮਹੱਤਵਪੂਰਨ ਗੱਲ ਇਹੀ ਹੈ ਨਾ ਜੀ ਕਿ ਉਹਦਾ ਬਦਲ ਅਕਾਲੀ ਦਲ ਦਾ ਤੇ ਕਾਂਗਰਸ ਦਾ ਬਦਲ ਆਮ ਆਦਮੀ ਪਾਰਟੀ ਨਹੀਂ ਬਣ ਸਕੀ ਜੇ ਆਜ਼ਾਦ ਉਮੀਦਵਾਰ ਜਿੱਤੇ ਆ ਤਾਂ। ਦੂਸਰਾ ਇੱਕ ਹੋਰ ਵੀ ਇਹਦਾ ਇੱਕ ਪਹਿਲੂ ਹੈਗਾ ਆਜ਼ਾਦ ਉਮੀਦਵਾਰਾਂ ਦਾ। ਜਿਹੜੇ ਆਜ਼ਾਦ ਉਮੀਦਵਾਰ ਆ ਇਹ ਰੁੱਸੇ ਹੋਏ ਵੱਡੀਆਂ ਪਾਰਟੀਆਂ ਦੇ ਬੰਦੇ ਆ ਜੀ, ਔਰ ਪੈਸੇ ਵਾਲੇ ਬੰਦੇ ਆ ਜ਼ਿਆਦਾਤਰ ਜਿਹੜੇ ਹੈਗੇ। ਇਹ ਵੀ ਆਪਾਂ ਨੂੰ ਦੇਖਣਾ ਪਏਗਾ ਜੀ। ਪਰ ਬੇਸ਼ੱਕ ਇਹ ਗੱਲਾਂ ਹੈਗੀਆਂ, ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਐਨਾਲਿਸਿਸ ਕਰਨਾ ਚਾਹੀਦਾ ਹੈ। ਇਹ ਸਵਾਲ ਆਮ ਆਦਮੀ ਪਾਰਟੀ ਤੇ ਬਣਦਾ ਆ ਕਿ ਜਿਹੜੇ ਲੋਕਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਉਹ ਤੁਹਾਡੇ ਨਾਲ ਕਿਉਂ ਨਹੀਂ ਖੜੇ ਜੀ, ਤੁਹਾਡਾ ਉਹਨਾਂ ਨੂੰ ਬਦਲ ਕਿਉਂ ਨਹੀਂ ਨਜ਼ਰ ਆਇਆ। ਸੋ ਆਮ ਆਦਮੀ ਪਾਰਟੀ ਲਈ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਨਾ। ਇਹ ਆਮ ਆਦਮੀ ਪਾਰਟੀ ਨੂੰ ਇਸੇ ਸਵਾਲ ਨੂੰ ਕੇਂਦਰ ਵਿੱਚ ਰੱਖ ਕੇ ਆਪਣੇ ਭਵਿੱਖ ਸੋਚਣਾ ਪਏਗਾ ਪੰਜਾਬ ਦੇ ਅੰਦਰ ਜੀ ਜੀ। ਪਰ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਦੀ ਇਸ ਵੇਲੇ ਭੂਮਿਕਾ ਨਿਭਾ ਰਹੀ ਹੈ ਮਦਨਦੀਪ ਜੀ, ਉਹਨਾਂ ਦੇ ਜੇ ਗੱਲ ਕੀਤੀ ਜਾਵੇ ਹਰਪਾਲ ਚੀਮਾ ਜੀ, ਤਾਂ ਉਹਨਾਂ ਨੇ ਤਾਂ ਦੋਸ਼ ਲਾਇਆ ਸਰਕਾਰ ਤੇ ਪੰਜਾਬ ਸਰਕਾਰ ਤੇ ਕਿ 200 ਤੋਂ ਵੱਧ ਜਿਹੜੇ ਬੂਥ ਆ ਕੈਪਚਰ ਕੀਤੇ ਗਏ ਨੇ, ਜਿਹੜੀਆਂ ਚੋਣਾਂ ਸਹੀ ਤਰੀਕੇ ਨਾਲ ਨਹੀਂ ਹੋਈਆਂ। ਦੁਬਾਰਾ ਵੀ ਜਿਹੜਾ ਚੋਣ ਅਧਿਕਾਰੀ ਸੀ ਉਹਨੇ ਵੀ ਇਸ ਗੱਲ ਤੇ ਗੌਰ ਨਹੀਂ ਕੀਤੀ। ਕੀ ਕਹਿਣਾ ਚਾਹੋਗੇ? ਇਹ ਤਾਂ ਜਦੋਂ ਵੀ ਦੇਖੋ ਜੀ ਕਿਸੇ ਵੀ ਸੂਬੇ ਦੇ ਅੰਦਰ ਜਿਹੜੀ ਵਿਰੋਧੀ ਧਿਰ ਆ ਜੀ ਉਹ ਵੀ ਇਲਜ਼ਾਮ ਲਾਉਂਦੀ ਹੁੰਦੀ ਹੈ, ਤੇ ਦੂਜਾ ਜਿਹੜਾ ਮਾਮਲਾ ਹੈਗਾ ਜਿਹੜੇ ਸੱਤਾਧਾਰੀ ਹੈ ਉਹ ਵੀ ਧੱਕਾ ਕਰਦੇ ਆ ਜੀ। ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਆ। ਮੈਂ ਵਿਧਾਨ ਸਭਾ 'ਚ ਸੀ ਜੀ, ਹਾਲਾਂਕਿ ਇਹ ਵਿਧਾਨ ਸਭਾ ਦਾ ਮਾਮਲਾ ਨਹੀਂ ਹੈਗਾ। ਵਿਧਾਨ ਸਭਾ ਦੇ ਵਿੱਚ ਬੀਬੀ ਭੱਠਲ ਨੇ ਇੱਕ ਵਾਰ ਖੜੇ ਹੋ ਕੇ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ, ਵੱਡੇ ਬਾਦਲ ਸਾਹਿਬ, ਔਰ ਬੀਬੀ ਭੱਠਲ ਨੇ ਇੱਕ ਸਵਾਲ ਕੀਤਾ ਸੀ ਕਿ ਦੇਖੋ ਜੀ ਇਸ ਵੇਲੇ ਤੁਹਾਡੀ ਸੱਤਾ ਹੈ, ਪੰਜਾਬ ਅੰਦਰ ਤੁਹਾਡਾ ਰਾਜ ਹੈ, ਤੇ ਸਾਨੂੰ ਪੁਲਿਸ ਬਹੁਤ ਤੰਗ ਕਰ ਰਹੀ ਹੈ, ਸਾਡੇ ਬੰਦਿਆਂ ਦੇ ਨਜਾਇਜ਼ ਕੇਸ ਬਣਾਏ ਜਾ ਰਹੇ ਆ, ਸਾਨੂੰ ਬਹੁਤ ਤੰਗ ਕੀਤਾ ਜਾ ਰਿਹਾ ਹੈ, ਇਹ ਤੁਸੀਂ ਦੇਖੋ ਜੀ ਬਾਦਲ ਸਾਹਿਬ ਇਹ ਗਲਤ ਹੋ ਰਿਹਾ ਹੈ। ਹਾਂਜੀ,
ਬਾਦਲ ਸਾਹਿਬ ਉੱਠੇ, ਉਹਨਾਂ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ, ਕਹਿੰਦੇ ਬੀਬੀ ਜੀ ਇਹ ਮਾਮਲਾ ਜੇ ਹੈਗਾ ਸੀ ਤੁਸੀਂ ਸਾਡੇ ਦਫ਼ਤਰ ਆ ਜਾਂਦੇ, ਵਿਧਾਨ ਸਭਾ ਦਾ ਸਮਾਂ ਕਾਹਨੂੰ ਖਰਾਬ ਕਰਨਾ। ਤੇ ਬੀਬੀ ਜਦੋਂ ਬੈਠੇ, ਉਹ ਮੱਖਣ ਸਿੰਘ ਕਾਮਰੇਡ ਜਿਹੜੇ ਕਾਂਗਰਸ 'ਚ ਚਲੇ ਗਏ ਸੀ, ਉਹ ਉੱਠੇ, ਵਿਧਾਇਕ ਸੀ ਕਾਂਗਰਸ ਦੇ। ਉਹ ਕਹਿੰਦੇ ਲਓ ਜੀ ਇਹ ਵੀ ਗੱਲ ਸੁਣ ਲਓ, ਕਹਿੰਦੇ ਜੀ ਅਸੀਂ ਬੀਬੀ ਭੱਠਲ ਨਾਲ ਬਾਦਲ ਸਾਹਿਬ ਦੇ ਦਫ਼ਤਰ ਗਏ ਸੀ। ਅੱਛਾ ਜੀ। ਬਾਦਲ ਸਾਹਿਬ ਨੇ ਕਿਹਾ ਵੀ ਪਹਿਲਾਂ ਤੁਹਾਡੀ ਸਰਕਾਰ ਸੀ, ਤੁਸੀਂ ਇਉਂ ਕਰਦੇ ਰਹੇ ਹੋ, ਹੁਣ ਸਾਡੀ ਸਰਕਾਰ ਹੈ ਤੇ ਇਉਂ ਹੀ ਚੱਲੂ। ਉੱਥੇ ਜਵਾਬ ਇਹਨਾਂ ਦਾ ਇਹ ਸੀ ਤੇ ਵਿਧਾਨ ਸਭਾ ਜਵਾਬ ਆਇਆ। ਯਾਨੀ ਇਹ ਸਾਫ਼ ਗੱਲ ਹੈਗੀ ਹੈ ਕਿ ਇਹ ਪਾਰਟੀਆਂ ਮੰਨਦੀਆਂ ਜੀ, ਠੀਕ ਹੈ ਨਾ। ਇਹ ਇੱਕ ਵੱਡੀ ਉਦਾਹਰਨ ਆ। ਇਹ ਪਾਰਟੀਆਂ ਮੰਨਦੀਆਂ ਕਿ ਜੇ ਤੁਸੀਂ ਧੱਕੇਸ਼ਾਹੀ ਕੀਤੀ ਹੈ ਤਾਂ ਅਸੀਂ ਵੀ ਕਰਾਂਗੇ। ਅੱਜ ਜੇ ਕਾਂਗਰਸ ਧੱਕੇਸ਼ਾਹੀ ਕਰ ਰਹੀ ਹੈ, ਕੱਲ ਨੂੰ ਜੇ ਕਾਂਗਰਸ ਦੀ ਸੱਤਾ ਨਹੀਂ ਹੋ ਕਿਸੇ ਦੇ ਹੋਰ ਆਜੂ, ਉਹ ਕਰਨਗੇ। ਮਤਲਬ ਇਹ ਅਜੀਬ ਕਲਚਰ ਹੈ ਸਾਰੀਆਂ ਥਾਵਾਂ ਦਾ, ਪੰਜਾਬ ਦਾ ਵੀ ਹੈ ਜੀ। ਜੇ ਗੱਲ ਕੀਤੀ ਜਾਵੇ ਤਾਂ ਮਜੀਠਾ ਨਗਰ ਦੇ ਵਿੱਚ ਭਾਵੇਂ ਕਿ ਅਕਾਲੀ ਦਲ ਹੈ ਜਿਹੜੀ ਉਹਦੀ बढ़त ਦੇਖਣ ਨੂੰ ਮਿਲੀ ਹੈ, ਉੱਥੇ ਮਜੀਠਾ ਨਗਰ ਦੇ ਵਿੱਚ ਅਕਾਲੀ ਦਲ ਨੂੰ 10 ਸੀਟਾਂ ਆਈਆਂ ਨੇ, ਕਾਂਗਰਸ ਨੂੰ 2 ਤੇ ਆਜ਼ਾਦ ਉਮੀਦਵਾਰ ਹੈ ਜਿਹੜਾ 1 ਜਿੱਤਿਆ। ਇਸ ਤੋਂ ਇਲਾਵਾ ਜੇ ਜ਼ਿਆਦਾਤਰ ਗੱਲ ਕੀਤੀ ਜਾਵੇ ਤਾਂ ਜਿਹੜੀ ਲੀਡ ਹੈ, ਕਲੀਨ ਸਵੀਪ ਆ, ਉਹ ਜ਼ਿਆਦਾਤਰ ਨਤੀਜੇ ਜਿਹੜੇ ਕਾਂਗਰਸ ਦੇ ਹੱਕ ਵਿੱਚ ਨੇ। ਜਿਵੇਂ ਮਦਨਦੀਪ ਜੀ ਨੇ ਵੀ ਦੱਸਿਆ ਕਿ ਜਿਹੜੀ ਸੱਤਾ ਤੇ ਕਾਬਜ ਹੁੰਦੀ ਹੈ ਪਾਰਟੀ, ਉਹ ਕੁਦਰਤੀ ਤੌਰ ਤੇ ਇਹ ਸੁਭਾਵਿਕ ਹੈ ਵੀ ਕਿ ਸੱਤਾ ਦੀ ਜਿਹੜੀ ਧਿਰ ਹੈ, ਜੇ ਇਤਿਹਾਸ ਨੂੰ ਵੇਖਿਆ ਜਾਵੇ ਪਿੱਛੇ, ਉਹਦੇ ਵਿੱਚ ਵੀ ਇਹੀ ਵੇਖਣ ਨੂੰ ਮਿਲਿਆ, ਸੱਤਾਧਾਰੀ ਜਿਹੜੀ ਪਾਰਟੀ ਆ ਉਹਦੀ ਜਿਹੜੀਆਂ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਜਿੱਤ ਆ ਉਹ ਯਕੀਨੀ ਹੋ ਜਾਂਦੀ ਆ। ਇਹਦੇ ਚ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੂੰਗਾ, ਮੈਂ ਮੁਆਫੀ ਚਾਹੂੰਗਾ ਤੁਹਾਨੂੰ, ਮੈਂ ਟੋਕਿਆ ਆ। ਇਹਦੇ ਚ ਹੈਗਾ ਕਿ ਸੱਤਾਧਾਰੀ ਪਾਰਟੀ ਕਿਉਂ ਕਾਬਜ ਰਹਿੰਦੀ ਹੈ, ਇਕੱਲਾ ਧੱਕਾ ਵੀ ਨਹੀਂ ਹੈਗਾ। ਜਿਵੇਂ ਕਿ ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ, ਜਦੋਂ ਵੀ ਅਸੀਂ ਸ਼ਹਿਰੀ ਤੇ ਪੇਂਡੂ ਵੋਟਰਾਂ ਦਾ ਫਰਕ ਸਮਝਦੇ ਹਾਂ, ਜਦੋਂ ਵੀ ਅਸੀਂ ਇਸ ਮਾਮਲੇ ਤੇ ਐਨਾਲਿਸਿਸ ਕਰਦੇ ਹਾਂ, ਤਾਂ ਸਾਨੂੰ ਇੱਕ ਧਿਆਨ ਰੱਖਣ ਦੀ ਲੋੜ ਹੈਗੀ ਹੈ। ਜਿਹੜੇ ਸ਼ਹਿਰੀ ਵੋਟਰ ਆ, ਉਹ ਪਿੰਡਾਂ ਦੇ ਜਿਹੜੇ ਵੋਟਰ ਆ ਉਹਨਾਂ ਨਾਲ ਥੋੜ੍ਹੇ ਜਿਹੇ ਜ਼ਿਆਦਾ ਸੁਚੇਤ ਹੁੰਦੇ ਆ। ਮਾਮਲਾ ਕਿਉਂਕਿ ਬੜਾ ਲੋਕਲ ਹੁੰਦਾ ਹੈ, ਇਹ ਕੋਈ ਪੂਰੇ ਸਟੇਟ ਦਾ ਮਾਮਲਾ ਨਹੀਂ ਹੈਗਾ, ਇਹ ਇੱਕ ਸ਼ਹਿਰ ਦਾ ਮਾਮਲਾ ਹੈ, ਇੱਕ ਵੱਡੇ ਸ਼ਹਿਰ ਦਾ ਮਾਮਲਾ ਜਾਂ ਇੱਕ ਛੋਟੇ ਸ਼ਹਿਰ ਦਾ ਮਾਮਲਾ ਆ। ਸੋ ਲੋਕਾਂ ਨੇ ਇਹ ਦੇਖਣਾ ਹੁੰਦਾ ਹੈ ਕਿ ਸੱਤਾਧਾਰੀ ਪਾਰਟੀ ਦੀ ਇਸ ਵੇਲੇ ਜਿਹੜੀ ਪਾਰਟੀ ਹੈ ਸੱਤਾ ਦੇ ਵਿੱਚ, ਉਹਨੇ ਸਾਨੂੰ ਸਾਡਾ ਵੱਧ ਸਵਾਰ ਸਕਦੀ ਹੈ, ਠੀਕ ਹੈ ਨਾ। ਮੁੱਖ ਮੰਤਰੀ ਉਹਨਾਂ ਦਾ ਹੈ, ਸਰਕਾਰ ਉਹਨਾਂ ਦੀ ਹੈ, ਸਥਾਨਕ ਮੰਤਰੀ ਜਿਹੜਾ ਕਿ ਕੌਂਸਲਾਂ ਦਾ ਮੰਤਰੀ ਹੁੰਦਾ ਹੈ ਉਹ ਵੀ ਸੱਤਾਧਾਰੀ ਹੈ, ਉਹਨੇ ਪੈਸਾ ਸਾਰਾ ਦੇਣਾ ਹੁੰਦਾ ਹੈ। ਲੋਕ ਇਹ ਦੇਖਦੇ ਆ ਵੀ ਸਾਨੂੰ ਜਿਹੜੀਆਂ ਪੱਕੀਆਂ ਗਲੀਆਂ, ਪਾਣੀ ਦੀ ਨਿਕਾਸੀ, ਸ਼ੁੱਧ ਪਾਣੀ ਜਿਹੜਾ ਉਹ ਸਾਨੂੰ ਮਿਲੇ, ਜਾਂ ਪਾਣੀ ਜਿਹੜਾ ਪ੍ਰੋਪਰ ਮਿਲਦਾ ਰਹੇ, ਇਹ ਸਾਰੇ ਜਿਹੜੇ ਮੁੱਢਲੀਆਂ ਸਹੂਲਤਾਂ ਆ ਵੀ ਇਹ ਸਾਨੂੰ ਸਾਡੀਆਂ ਬਰਕਰਾਰ ਰਹਿਣ ਤੇ ਚੰਗੀਆਂ ਹੋਣ, ਹੋਰ ਬਿਹਤਰ ਹੋਣ, ਤਾਂ ਉਹ ਕੁਦਰਤੀ ਤੌਰ ਤੇ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਦੇ ਨਾਲ ਜਾ ਕੇ ਜੁੜਨਗੇ, ਠੀਕ ਹੈ ਨਾ। ਇਹ ਇੱਕ ਆਮ ਤੌਰ ਤੇ ਧਾਰਨਾ ਜਿਹੜੀ ਹੈਗੀ ਆ, ਇਹ ਲੋਕਾਂ ਦੀ ਬਣੀ ਹੋਈ ਹੈ। ਸੋ ਇਸ ਕਰਕੇ ਵੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਇਹਨਾਂ ਚੋਣਾਂ 'ਚ ਜ਼ਿਆਦਾ ਕਾਮਯਾਬ ਹੋ ਜਾਂਦੀ ਹੈ। ਜੀ ਮਦਨ ਜੀ, ਇੱਕ ਸਵਾਲ ਤੁਹਾਡੇ ਇਹ ਲੈਂਦੇ ਆ ਇਲੈਕਸ਼ਨ ਦੇ ਸੰਬੰਧ ਦੇ ਵਿੱਚ। ਜਿਵੇਂ ਪਿਛਲੇ ਸਮੇਂ ਦੌਰਾਨ ਇਹ ਵੀ ਕਿਸਾਨ ਅੰਦੋਲਨ ਜਿਹੜਾ ਦੇਖਿਆ, ਪਿਛਲੇ ਲਗਭਗ 26 ਤਰੀਕ ਨੂੰ 3 ਮਹੀਨੇ ਹੋ ਜਾਣੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ। ਪੰਜਾਬ ਦੇ ਵਿੱਚ ਜੇ ਕਿਹਾ ਜਾਵੇ ਤਾਂ ਬੀਜੇਪੀ ਨੂੰ ਸ਼ਹਿਰਾਂ ਦੀ ਪਾਰਟੀ ਕਿਹਾ ਜਾਂਦਾ ਸੀ। ਇਹ ਵੀ ਰਾਜਨੀਤਿਕ ਕੂਟਨੀਤਿਕਾਂ ਦਾ ਇਹ ਕਹਿਣਾ ਸੀ ਕਿ ਸ਼ਾਇਦ ਬੀਜੇਪੀ ਹੈ ਜਿਹੜੀ ਸ਼ਹਿਰਾਂ ਦੀ ਪਾਰਟੀ ਹੋਣ ਕਰਕੇ ਜ਼ਿਆਦਾ ਸੀਟਾਂ ਲੈ ਸਕਦੀ ਆ, ਪਰ ਜਿਹੜੇ ਸਮੀਕਰਨ ਵੇਖਣ ਨੂੰ ਮਿਲਿਆ ਕਿ ਉਲਟ ਆਇਆ ਨਤੀਜਾ। ਸ਼ਹਿਰਾਂ ਦੀ ਪਾਰਟੀ ਹੋਣ ਦੇ ਬਾਵਜੂਦ ਵੀ ਸ਼ਹਿਰਾਂ ਦੇ ਵਿੱਚ ਜਿਹੜਾ ਹਾਲ ਅਸੀਂ ਵੇਖ ਰਹੇ ਹਾਂ ਬੀਜੇਪੀ ਦਾ, ਕੀ ਲੱਗਦਾ ਕਿ ਕਿਸਾਨ ਅੰਦੋਲਨ ਦਾ ਹੀ ਪ੍ਰਭਾਵ ਪਿਆ? ਦੇਖੋ, ਸਾਰੇ ਸ਼ਹਿਰਾਂ 'ਚ ਨਹੀਂ ਸੀ ਜੀ, ਖਾਸ ਕਰਕੇ ਜੇ ਅਸੀਂ ਪਠਾਨਕੋਟ ਦੀ ਗੱਲ ਕਰੀਏ, ਜਿਵੇਂ ਤੁਸੀਂ ਹੁਸ਼ਿਆਰਪੁਰ ਦੀ ਗੱਲ ਕਰ ਰਹੇ ਹੋ, ਜਲੰਧਰ ਦੀ ਗੱਲ ਕਰੀਏ, ਲੁਧਿਆਣੇ ਦੇ ਕੁਝ ਹਲਕਿਆਂ ਦੀ ਗੱਲ ਕਰੀਏ, ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਇਹਨਾਂ ਦਾ ਕੁਝ ਥਾਵਾਂ ਦੇ ਉੱਤੇ ਜਿਹੜਾ ਹੈਗਾ, ਕੁਝ ਇਲਾਕਿਆਂ ਦੇ ਵਿੱਚ, ਹਲਕਿਆਂ ਦੇ ਵਿੱਚ ਬੀਜੇਪੀ ਦਾ ਕਾਫੀ ਜ਼ੋਰ ਸੀ ਜੀ। ਪਰ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਆ ਉਹ ਬਿਲਕੁਲ ਸਿੱਧੇ ਰੂਪ 'ਚ ਅਸੀਂ ਦੇਖਿਆ ਹੈ। ਇਹ ਜਿਹੜੀਆਂ ਲੋਕਲ ਚੋਣਾਂ ਆ, ਸਥਾਨਕ ਚੋਣਾਂ, ਇਹਨਾਂ ਦੇ ਉੱਤੋਂ ਤੁਸੀਂ ਦੇਖਿਆ ਵੀ ਕਈ ਥਾਵਾਂ ਤੇ ਲੋਕਾਂ ਨੇ ਪ੍ਰਚਾਰ ਨਹੀਂ ਕਰਨ ਦਿੱਤਾ। ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਭਜਾਇਆ ਅੱਗੇ ਲਾ ਕੇ। ਕਈ ਥਾਵਾਂ ਤੇ ਪੁਲਿਸ ਨੇ ਬੜੀ ਮੁਸ਼ਕਲ ਜਾ ਕੇ ਉਮੀਦਵਾਰਾਂ ਨੂੰ ਉਹਨਾਂ ਦੀ ਕੁੱਟਮਾਰ ਤੋਂ ਉਹਨਾਂ ਨੂੰ ਬਚਾਇਆ ਹੈ। ਸੋ ਹਾਲਾਤ ਇਦਾਂ ਦੇ ਬਣੇ ਪਏ, ਲੋਕਾਂ ਦੇ ਵਿੱਚ ਇੰਨਾ ਸਖਤ ਰੋਸ ਹੈ ਅੰਦੋਲਨ ਨੂੰ ਲੈ ਕੇ ਕਿ ਉਹਨਾਂ ਨੇ ਬੀਜੇਪੀ ਨੂੰ ਪ੍ਰਚਾਰ ਵੀ ਨਹੀਂ ਕਰਨ ਦਿੱਤਾ। ਜਿੱਥੇ
ਕਿਸਾਨਾਂ ਦਾ ਕੋਈ ਬਹੁਤਾ ਕੰਸਰਨ ਨਹੀਂ ਹੈਗਾ। ਉਹਨਾਂ ਥਾਵਾਂ ਤੇ ਜ਼ਰੂਰ ਜਿਹੜੀਆਂ ਥੋੜੀਆਂ ਬਹੁਤ ਇੱਕ ਦੋ ਚਾਰ ਸੀਟਾਂ ਲੈਣ 'ਚ ਕਾਮਯਾਬ ਬੀਜੇਪੀ ਰਹੀ ਹੈ, ਪਰ ਆਮ ਤੌਰ ਤੇ ਬੀਜੇਪੀ ਮੰਨਫੀ ਹੈ ਇਹਨਾਂ ਚੋਣਾਂ ਦੇ ਵਿੱਚੋਂ, ਜਦ ਕਿ ਕੇਂਦਰ ਦੇ ਵਿੱਚ ਉਹਨਾਂ ਦੀ ਸੱਤਾ ਹੈ। ਹਾਲੇ ਕੁਝ ਸਮਾਂ ਪਹਿਲਾਂ 1 ਸਾਲ ਪਹਿਲਾਂ ਤੱਕ ਉਮੀਦ ਇਹ ਜਤਾਈ ਜਾ ਰਹੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਪੰਜਾਬ 'ਚ ਅਗਲੀ ਸੱਤਾ ਸਾਡੀ ਹੋਏਗੀ ਜੀ, ਔਰ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਲੱਗ ਗਏ ਸੀ ਬੀਜੇਪੀ ਵਾਲੇ। ਪਰ ਅੱਜ ਹਾਲਾਤ ਇਹ ਹੈਗੇ ਆ ਕਿ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਕੋਈ ਮਹੱਲਿਆਂ 'ਚ ਨਹੀਂ ਵੜਨ ਦੇ ਰਹੇ, ਸ਼ਹਿਰਾਂ 'ਚ ਨਹੀਂ ਵੜਨ ਦੇ ਰਹੇ, ਵਿਰੋਧ ਹੋ ਰਿਹਾ, ਜ਼ਬਰਦਸਤ ਵਿਰੋਧ ਹੋ ਰਿਹਾ। ਇਸ ਕਰਕੇ ਇਹਦਾ ਅਸਰ ਬਿਲਕੁਲ ਅਵਸ਼ ਪਿਆ ਆ ਕਿਸਾਨ ਅੰਦੋਲਨ ਦਾ, ਔਰ ਅੱਗੇ ਜਾ ਕੇ ਜੇ ਇਵੇਂ ਹਾਲਾਤ ਰਹੇ ਤਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹਨਾਂ ਦੀ ਹਾਲਤ ਇਹੀ ਹੋਣੀ ਹੈ। ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ ਕਿ ਭਾਵੇਂ ਕਿ 8 ਨਗਰ ਨਿਗਮ ਨੇ ਪੰਜਾਬ ਦੇ ਵਿੱਚ, ਉਹਦੇ ਵਿੱਚ ਅੱਜ ਜਿਹੜੇ ਨਤੀਜੇ ਨੇ ਉਹਦੇ 7 ਨਗਰ ਨਿਗਮਾਂ ਦੇ ਜਿਹੜੇ ਨਤੀਜੇ ਆਉਣਗੇ, ਉਹਦੇ ਵਿੱਚ 2 ਦੇ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ 2 ਦੇ ਵਿੱਚ ਅਬੋਹਰ ਤੇ ਹੁਸ਼ਿਆਰਪੁਰ ਦੇ ਉੱਪਰ ਜਿਹੜੀ ਕਾਂਗਰਸ ਆ ਉਹ ਜਿੱਤ ਚੁੱਕੀ ਆ। ਜਿਹੜੇ 5 ਹੋਰ ਨੇ ਉਹਦੇ ਉੱਪਰ ਵੀ ਜਿਹੜੀ ਲੀਡ ਆ ਕਾਂਗਰਸ ਦੀ ਬਣੀ ਹੋਈ ਆ। ਇਹੀ ਲੱਗਦਾ ਕਿ ਕਾਂਗਰਸੀ ਉੱਥੇ ਜਿੱਤੇਗੀ। ਇੱਕ ਜਿਹੜਾ ਨਗਰ ਨਿਗਮ ਆ ਉਹਦੇ ਨਤੀਜੇ ਕਿਉਂ ਨਹੀਂ ਆ ਰਹੇ? ਕਿਉਂਕਿ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜੇ ਅਸੀਂ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਆਜ਼ਾਦ ਗਰੁੱਪ ਜਿਹੜੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਉਹਨਾਂ ਨੇ ਦੋਸ਼ ਲਾਏ ਸਨ ਕਿ ਵਾਰਡ ਨੰਬਰ 10 ਦੇ ਵਿੱਚ ਬੂਥ ਨੰਬਰ 32 ਤੇ ਜਿਹੜਾ 33 ਆ ਉੱਥੇ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਜਿਹੜਾ ਧੱਕਾਸ਼ਾਹੀ ਕੀਤੀ ਗਈ ਆ। ਉਹ ਦੋਸ਼ ਜਿਹੜੇ ਕਬੂਲ ਕੀਤੇ ਗਏ ਨੇ ਚੋਣ ਕਮਿਸ਼ਨ ਦੁਆਰਾ। ਉਹਨਾਂ ਨੇ ਅੱਜ ਭਾਰਤੀ ਸਮੇਂ ਅਨੁਸਾਰ ਅੱਜ ਜਿਹੜਾ ਵੋਟਾਂ ਦਾ ਸਮਾਂ ਸੀ ਉਹਦੇ ਮੁਤਾਬਿਕ ਅੱਜ VOTING ਜਿਹੜੀ ਉਹ ਹੋ ਰਹੀ ਹੈ ਮੋਹਾਲੀ ਦੇ ਵਿੱਚ ਵਾਰਡ ਨੰਬਰ 10 ਦੇ ਵਿੱਚ 32 ਤੇ 33 ਦੇ ਵਿੱਚ। ਭਾਵੇਂ ਕਿ ਜਦੋਂ ਬਲਬੀਰ ਸਿੰਘ ਸਿੱਧੂ ਆ ਜਿਹੜੇ ਮੋਹਾਲੀ ਦੇ, ਉਹਨਾਂ ਨਾਲ ਗੱਲਬਾਤ ਕੀਤੀ ਕਿ ਦੁਬਾਰਾ ਜਿਹੜੀ ਵੋਟ ਕਰਾ ਰਿਹਾ ਚੋਣ ਕਮਿਸ਼ਨ, ਇਹਦਾ ਕੀ ਕਾਰਨ ਕਿ ਤੁਹਾਡੇ ਵੱਲੋਂ ਸੱਚਮੁੱਚ ਹੀ ਇਹ ਜਿਹੜਾ ਧੱਕਾਸ਼ਾਹੀ ਕੀਤੀ ਗਈ ਸੀ, ਤਾਂ ਉਹਨਾਂ ਨੇ ਕਿਹਾ ਕਿ ਮਦਨਦੀਪ ਜੀ ਉਹਨਾਂ ਦਾ ਇਹ ਕਹਿਣਾ ਸੀ ਕਿ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਨੇ ਕੁਲਵੰਤ ਸਿੰਘ ਸਾਬਕਾ ਮੇਅਰ, ਉਹ ਕਹਿੰਦੇ ਨੇ ਵੀ ਲੋਕਤੰਤਰ ਨੂੰ ਚੋਣ ਕਮਿਸ਼ਨ ਨੇ ਕਾਇਮ ਰੱਖਿਆ, ਸਾਡੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਦੁਆਰਾ ਜਿਹੜੀਆਂ ਵੋਟਾਂ ਹੋ ਰਹੀਆਂ ਨੇ। ਜਦੋਂ ਮਦਨਦੀਪ ਜੀ ਗੱਲ ਕੀਤੀ ਪੱਤਰਕਾਰਾਂ ਨੇ ਸਿੱਧੂ ਜੀ ਨਾਲ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਪ੍ਰਵਾਨ ਹੈ ਸਾਰਾ ਕੁਝ ਜਿਹੜਾ ਚੋਣ ਕਮਿਸ਼ਨ ਨੇ ਕਰਿਆ, ਪਰ ਅਸੀਂ ਕੋਈ ਜਿਹੜਾ ਧੱਕਾ ਨਹੀਂ ਕਰਿਆ। ਕਿਵੇਂ ਵੇਖਦੇ ਹੋ? ਇਹ ਬੜਾ ਦਿਲਚਸਪ ਮਾਮਲਾ ਹੈ ਮੋਹਾਲੀ ਦਾ ਜਿਹੜਾ ਹੈਗਾ। ਮੋਹਾਲੀ ਇੱਕ ਬੜਾ ਮਹੱਤਵਪੂਰਨ ਮੈਂ ਸਮਝਦਾ ਵੀ ਇੱਕ ਵੱਡਾ ਸ਼ਹਿਰ ਹੈ ਪੰਜਾਬ ਦਾ, ਜਿਹੜਾ ਚੰਡੀਗੜ੍ਹ ਦੇ ਬਿਲਕੁਲ ਰਾਜਧਾਨੀ ਦੇ ਨਾਲ ਹੀ ਨਹੀਂ ਲੱਗਦਾ, ਰਾਜਧਾਨੀ ਦੇ ਜਿਹੜੇ ਸੈਕਟਰ ਹੈਗੇ ਆ ਉਹਦੀ ਸੀਰੀਜ਼ ਦਾ ਇੱਕ ਸ਼ਹਿਰ ਹੈਗਾ। ਠੀਕ ਹੈ ਨਾ। ਪਹਿਲਾਂ ਜਿਹੜਾ ਕੁਲਵੰਤ ਸਿੰਘ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਮੇਅਰ ਸੀਗਾ ਜੀ, ਫਤਿਹਗੜ੍ਹ ਸਾਹਿਬ ਤੋਂ MP ਦੀ ਉਹਨਾਂ ਨੇ ਇਲੈਕਸ਼ਨ। ਹਾਂ, ਦਿਲਚਸਪ ਗੱਲ ਇਹ ਹੈਗੀ ਹੈ ਵੀ ਮੋਹਾਲੀ ਦਾ ਮੇਅਰ ਜੇ ਸੀ ਤਾਂ ਅਕਾਲੀ ਦਲ ਦਾ ਕਲੇਮ ਸੀ ਕਿ ਸਾਡਾ ਮੇਅਰ ਆ, ਪਰ ਡਿਊਰਿੰਗ ਜਿਹੜਾ ਇਹ ਪ੍ਰੋਸੈਸ ਆ ਚੋਣਾਂ ਦਾ, ਜਦੋਂ ਹਾਲੇ ਨਾਮਜ਼ਦਗੀਆਂ ਨਹੀਂ ਹੋਈਆਂ ਸੀ, ਹਾਲੇ ਪ੍ਰਕਿਰਿਆ ਚੱਲ ਰਹੀ ਸੀ, ਉਹਦੇ ਦੌਰਾਨ ਅਕਾਲੀ ਦਲ ਨਾਲ ਇਹਦੀ ਕੁਲਵੰਤ ਸਿੰਘ ਦੀ ਗੜਬੜ ਹੋ ਗਈ ਜੀ, ਮਤਭੇਦ ਹੋ ਗਏ, ਔਰ ਉਹਨਾਂ ਨੇ ਅਕਾਲੀ ਦਲ ਜਿਹੜਾ ਹੈਗਾ ਉਹ ਛੱਡਤਾ ਜਾਂ ਅਕਾਲੀ ਦਲ ਨੇ ਕੱਢਤਾ ਕੁਲਵੰਤ ਸਿੰਘ ਨੂੰ ਜੀ। ਹੁਣ ਕੁਲਵੰਤ ਸਿੰਘ ਜਿਹੜਾ ਹੈਗਾ ਬਹੁਤ ਵੱਡਾ ਬਿਲਡਰ ਹੈ, ਜਿਵੇਂ ਆਪਾਂ ਜਾਣਦੇ ਹਾਂ, ਠੀਕ ਹੈ ਨਾ, ਬਹੁਤ ਵੱਡਾ ਬਿਜ਼ਨਸਮੈਨ ਹੈ, ਔਰ ਠੀਕ ਹੈ ਅਸੀਂ ਨਾਂ ਨਹੀਂ ਲੈ ਸਕਦੇ, ਮਤਲਬ ਕਾਫੀ ਜਿਹੜਾ ਹੈਗਾ ਉਹ ਵੱਡਾ ਮਤਲਬ ਇੱਕ ਬਿਜ਼ਨਸਮੈਨ ਹੈਗਾ। ਹੁਣ ਪੈਸੇ ਦੀ ਕੋਈ ਕਮੀ ਨਹੀਂ ਹੈਗੀ। ਕੁਲਵੰਤ ਸਿੰਘ ਨੇ ਕਾਂਗਰਸ ਨਾਲ ਸਮਝੌਤਾ ਕਰਨ ਦੀ ਥਾਂ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਜਿਹੜੇ ਉਮੀਦਵਾਰ ਆ ਉਹ ਖੜੇ ਕੀਤੇ, ਆਜ਼ਾਦ ਗਰੁੱਪ ਦੇ ਉਮੀਦਵਾਰ ਖੜੇ ਕੀਤੇ। ਔਰ ਜਿਹੜੇ ਬਲਬੀਰ ਸਿੱਧੂ ਹੈ, ਜਿਹੜੇ ਸਿਹਤ ਮੰਤਰੀ ਹੈ ਮੌਜੂਦਾ ਸਰਕਾਰ ਦੇ ਅੰਦਰ, ਉਹਨਾਂ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ ਜੀ, ਠੀਕ ਹੈ ਨਾ। ਸੋ ਇਹਨਾਂ ਦੀ ਇੱਕ ਟਸਲ ਜਿਹੜੀ ਹੈਗੀ ਆ ਅਕਾਲੀ ਦਲ ਦੀ ਬਜਾਏ ਕਾਂਗਰਸ, ਕਿਉਂਕਿ ਕਾਂਗਰਸ ਸੱਤਾਧਾਰੀ ਹੈ, ਫਿਰ ਉਹੀ ਗੱਲ ਆਉਂਦੀ ਹੈ। ਪਰ ਤੁਸੀਂ ਇਹ ਦਿਲਚਸਪ ਗੱਲ ਦੇਖੋ ਵੀ ਬਾਕੀ ਥਾਵਾਂ ਤੇ ਰੌਲਾ ਪਿਆ ਆ, ਨਹੀਂ ਕਿਸੇ ਦੀ ਸੁਣਵਾਈ ਹੋਈ, ਠੀਕ ਹੈ ਨਾ। ਮੋਹਾਲੀ ਦੇ ਵਿੱਚ DC ਸਾਹਿਬ ਜਿਹੜੇ ਹੈਗੇ ਆ, ਜਿਹੜੇ ਚੋਣ ਅਧਿਕਾਰੀ ਵੀ ਨੇ, ਉਹਨਾਂ ਨੇ ਕੁਲਵੰਤ ਸਿੰਘ ਦੀ ਸ਼ਿਕਾਇਤ ਨੂੰ ਮੰਨ ਲਿਆ, ਪ੍ਰਵਾਨ ਕਰ ਲਿਆ, ਠੀਕ ਆ। ਤੇ ਉੱਥੇ ਦੁਬਾਰਾ ਜਿਹੜੀ ਹੈਗੀ ਆ ਉਹ ਇਹਨਾਂ ਵਾਰਡਾਂ ਦੇ ਵਿੱਚ ਚੋਣ ਕਰਵਾ ਕੇ ਨਤੀਜੇ ਘੋਸ਼ਿਤ ਕਰਨ ਦਾ ਐਲਾਨ ਕੀਤਾ ਜੀ, ਜਿਹੜੀ ਕਿ ਕੱਲ ਨਤੀਜੇ ਜਿਹੜੇ ਹੈਗੇ ਆ ਸਾਡੇ ਸਾਹਮਣੇ ਆ ਜਾਣੇ ਆ। ਸੋ ਇਹ ਬੜੀ ਮਤਲਬ ਇੱਕ ਦਿਲਚਸਪ ਗੱਲ ਆ ਵੀ ਕੀ ਬਾਕੀ ਥਾਵਾਂ ਦੇ ਵਿੱਚ ਜਿੱਥੇ ਹੋਰ ਵੀ ਇਲਜ਼ਾਮ ਲੱਗੇ ਆ, ਔਰ ਜਿੱਥੇ ਜਿਹੜੇ ਹੈਗੇ ਬੜੇ ਸੀਨੀਅਰ ਲੀਡਰ ਜਿਹੜੇ ਗਏ ਆ, ਅਕਾਲੀ ਦਲ ਦੇ ਵੀ ਗਏ, ਆਮ ਆਦਮੀ ਪਾਰਟੀ ਦੇ ਵੀ ਗਏ, ਹਰਪਾਲ ਚੀਮਾ ਨੇ ਕਿਹਾ ਵੀ 200 ਤੋਂ ਵੱਧ ਥਾਵਾਂ ਤੇ ਕੈਪਚਰ ਹੋਇਆ, ਪਰ 3 ਥਾਵਾਂ ਤੇ ਦੁਆਰਾ ਜਿਹੜੀ VOTING ਹੋਈ ਹੈ ਜੀ। ਤੋ ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਕੁਲਵੰਤ ਸਿੰਘ ਦੀ ਮੰਨ ਲਈ ਗਈ। ਮਤਲਬ ਇਹ ਹੁਣ ਤੁਸੀਂ ਦੇਖੋ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ ਜੀ। ਕਿਤੇ ਕੱਲ ਇਉਂ ਤਾਂ ਨਹੀਂ ਵੀ ਕੱਲ ਨੂੰ ਫਿਰ ਕਾਂਗਰਸ ਕਵੇ ਕਿ ਮੋਹਾਲੀ ਵੀ ਸਾਡਾ ਮੇਅਰ ਹੈ ਜੀ। ਮਤਲਬ
ਕੁਝ ਲੋਕ ਜਿਹੜੇ ਹੈਗੇ ਆ ਉਹ ਕਮਿਟਡ ਨਹੀਂ ਕਿਸੇ ਪਾਰਟੀ ਨਾਲ ਹੁੰਦੇ ਜੀ ਜੀ ਖਾਸ ਕਰਕੇ ਪੈਸੇ ਵਾਲੇ ਬੰਦੇ ਜੀ ਉਹ ਤਾਂ ਬਸ ਇਹ ਆ ਵੀ ਸੱਤਾ 'ਚ ਰਹਿਣਾ ਆ ਕਿਸੇ ਵੀ ਤਰੀਕੇ ਨਾਲ ਰਿਹਾ ਜਾਵੇ ਜਿਵੇਂ ਬਿਹਾਰ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਇਸ ਤਰ੍ਹਾਂ ਦਾ ਸੁਭਾਅ ਵੀ ਲੋਕਾਂ ਦਾ ਹੁੰਦਾ ਆ ਇਹ ਵਾਕਿਆ ਮੈਂ ਬੜੀ ਦਿਲਚਸਪੀ ਨਾਲ ਮੋਹਾਲੀ ਨੂੰ ਦੇਖ ਰਿਹਾ ਘੱਟੋ ਘੱਟ ਵੀ ਇੱਥੇ ਮੇਅਰ ਕਾਂਗਰਸ ਦਾ ਹੋਊਗਾ ਜਿਹੜਾ ਆਜ਼ਾਦ ਹੈ। ਦਿਲਚਸਪੀ ਤਾਂ ਇਹਦੀ ਵੀ ਹੈ ਕਿਉਂਕਿ 7 ਜਗ੍ਹਾ ਤੇ ਜੇ ਦੇਖਿਆ ਜਾਵੇ ਲਗਭਗ ਕਾਂਗਰਸ ਨਗਰ ਨਿਗਮਾਂ ਚੋਂ ਕਲੀਨ ਸਵੀਪ ਕਰ ਹੀ ਗਈ ਹੈ ਜੇ ਮੋਹਾਲੀ ਦੇ ਜਿਹੜੇ ਦਿਲਚਸਪੀ ਇਸ ਕਰਕੇ ਆ ਕਿ ਮੋਹਾਲੀ ਦੇ ਵਿੱਚ ਕੱਲ ਨੂੰ ਨਤੀਜਾ ਆਵੇਗਾ ਕਿ ਮੋਹਾਲੀ ਦੇ ਵਿੱਚ ਆਜ਼ਾਦ ਗਰੁੱਪ ਜਾਂ ਅਕਾਲੀ ਦਲ ਜਾਂ ਕਾਂਗਰਸ ਕਿਉਂਕਿ ਸਾਰਿਆਂ ਦੀ ਨਿਗਾਹ ਕੱਲ ਨੂੰ ਮੋਹਾਲੀ ਤੇ ਜਿਹੜਾ ਨਤੀਜਾ ਫਿਰ ਹੋਵੇਗੀ ਅਸੀਂ ਵੀ ਤੁਹਾਨੂੰ ਕੱਲ ਨੂੰ ਦੱਸਾਂਗੇ ਕੀ ਨਤੀਜਾ ਜਿਹੜਾ ਆਉਂਦਾ ਲੋਕ ਕਿਸ ਪਰ ਭਰੋਸਾ ਜਤਾਉਂਦੇ ਨੇ ਜੇ ਅਸੀਂ ਗੱਲ ਕਰਦੇ ਹਾਂ ਮਦਨਦੀਪ ਜੀ ਅਗਲੇ ਵਿਸ਼ੇ ਦੇ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੇ ਉਹਨਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਨੇ ਲੋਕ ਭਾਰੀ ਉਤਸ਼ਾਹ ਦਿਖਾਉਂਦੇ ਨੇ ਉਹਨਾਂ ਦੇ ਜਿਹੜਾ ਪ੍ਰੋਗਰਾਮ ਆ ਉਹਨੂੰ ਹਮਾਇਤ ਦਿੰਦੇ ਨੇ ਭਾਵੇਂ ਕਿ ਕੱਲ ਨੂੰ 18 ਨੂੰ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਰੇਲ ਰੋਕੂ ਪ੍ਰੋਗਰਾਮ 12 ਤੋਂ 4 ਉਹਦੇ ਉੱਪਰ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਬੀਤੇ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਸਰ ਛੋਟੂ ਰਾਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ ਅਸੀਂ ਮਦਨਦੀਪ ਜੀ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕਾਂ ਕੁਝ ਨੂੰ ਨਹੀਂ ਪਤਾ ਹੋਵੇਗਾ ਕਿ ਕੌਣ ਸਨ ਸਰ ਛੋਟੂ ਰਾਮ ਜੀ ਉਹਨਾਂ ਦਾ ਥੋੜੀ ਸੰਖੇਪ ਵਿੱਚ ਜਾਣਕਾਰੀ ਦੇ ਦਿੱਤੀ ਜਾਵੇ ਮੇਰੇ ਖਿਆਲ ਵੀ ਜਿਹੜੇ ਜਿਨ੍ਹਾਂ ਦਾ ਜਿਹੜੇ ਨੌਜਵਾਨ ਹੈ ਯੰਗ ਜਿਹੜੀ ਪੀੜ੍ਹੀ ਹੈਗੀ ਹੈ ਉਹ ਸਰ ਛੋਟੂ ਰਾਮ ਬਾਰੇ ਸ਼ਾਇਦ ਉਹਨਾਂ ਨਾ ਜਾਣਦੇ ਹੋਵੇ ਪਰ ਜਿਹੜੇ ਸਕੂਲੀ ਸਿੱਖਿਆ ਦੀਆਂ ਕਿਤਾਬਾਂ ਹੈ ਉਹਦੇ ਵਿੱਚ ਉਹਨਾਂ ਬਾਰੇ ਬਹੁਤ ਜਾਣਕਾਰੀ ਹੈਗੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਸਰ ਛੋਟੂ ਰਾਮ ਨੂੰ ਕਿਸਾਨਾਂ ਦਾ ਮਸੀਹਾ ਮੰਨਿਆ ਜਾਂਦਾ ਹੈ ਕਿਸਾਨ ਆਗੂ ਰਹੇ ਔਰ ਉਹਨਾਂ ਨੂੰ ਮਸੀਹਾ ਮੰਨਿਆ ਜਾਂਦਾ ਹੈ ਔਰ ਵੱਡੀ ਗੱਲ ਇਹ ਹੈਗੀ ਹੈ ਕਿ ਜਦ ਉਹਨਾਂ ਨੇ ਕਿਸਾਨ ਅੰਦੋਲਨ ਕੀਤਾ ਸੀ ਤਾਂ ਉਹ ਕਿਸੇ ਧਰਮ ਨਾਲ ਸੰਬੰਧ ਜਿਹੜਾ ਹੈਗਾ ਉਹ ਹੋਵੇ ਪਰ ਉਹਨੂੰ ਸਾਰੇ ਧਰਮ ਮੰਨਦੇ ਸੀ ਜੇ ਰੋਹਤਕ ਦੇ ਵਿੱਚ ਯਾਨੀ ਰੋਹਤਕ ਹਲਕੇ ਦੇ ਵਿੱਚ ਜਿਹੜਾ ਅੱਜ ਹਰਿਆਣੇ 'ਚ ਆ ਉੱਥੇ ਝੱਜਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਠੀਕ ਹੈ ਨਾ ਜੇ ਰੋਹਤਕ ਵਾਲੇ ਆਪਣਾ ਮਸੀਹਾ ਮੰਨਦੇ ਸੀ ਸਰ ਛੋਟੂ ਰਾਮ ਨੂੰ ਤਾਂ ਲਾਹੌਰ ਵਾਲੇ ਵੀ ਉਹਨੂੰ ਆਪਣਾ ਮਸੀਹਾ ਮੰਨਦੇ ਸੀ ਠੀਕ ਹੈ ਨਾ ਉੱਥੋਂ ਦੇ ਕਿਸਾਨ ਜਿਹੜੇ ਮੁਸਲਿਮ ਕਿਸਾਨ ਆ ਉਹ ਵੀ ਆਪਣਾ ਮਸੀਹਾ ਮੰਨਦੇ ਸੀ ਖਾਸੀਅਤ ਉਸ ਕਿਰਦਾਰ ਦੀ ਇਹ ਸੀ ਉਹਨਾਂ ਜ਼ਮਾਨੇ ਦੇ ਜਿਹੜੇ ਲੀਡਰਸ਼ਿਪ ਸੀਗੀ ਇਸ ਤਰ੍ਹਾਂ ਦੀ ਉਹਦੀ ਖਾਸੀਅਤ ਇਹ ਸੀ ਕਿ ਉਹ ਸਰਬ ਪ੍ਰਮਾਣਿਤ ਜਿਹੜੇ ਹੈਗੇ ਲੀਡਰ ਸੀਗੇ ਸਾਰੀਆਂ ਧਰਮਾਂ ਦੇ ਔਰ ਉਹਨਾਂ ਨੇ 1938 ਦੇ ਵਿੱਚ ਜਿਹੜੀ ਕਿਸਾਨਾਂ ਦੇ ਹੱਕ ਵਿੱਚ ਇੱਕ ਅੰਦੋਲਨ ਕੀਤਾ ਸੀ ਸਭ ਤੋਂ ਪਹਿਲਾਂ ਉਹ ਸੀ ਜਿਹੜੀਆਂ ਗਿਰਵੀ ਜ਼ਮੀਨਾਂ ਰੱਖੀਆਂ ਗਈਆਂ ਸੀ ਕਿਸਾਨਾਂ ਦੀਆਂ ਕਿਉਂਕਿ ਤੁਹਾਨੂੰ ਪਤਾ ਹੈ ਵੀ ਸ਼ਾਹੂਕਾਰ ਹੈਗੇ ਸੀ ਪੈਸਾ ਦੇ ਕੇ ਗਿਰਵੀ ਰੱਖ ਲੈਂਦੇ ਸੀ ਠੀਕ ਹੈ ਤੇ ਉਸ ਤੋਂ ਬਾਅਦ ਦਿੰਦੇ ਹੀ ਨਹੀਂ ਸੀ ਜ਼ਮੀਨ ਹੀ ਸ਼ਾਹੂਕਾਰਾਂ ਦੀ ਹੋ ਗਈ ਉਹਨਾਂ ਜ਼ਮੀਨਾਂ ਨੂੰ ਛਡਾਉਣ ਵਾਸਤੇ ਇਹਨਾਂ ਨੇ ਇੱਕ ਬੜਾ ਵੱਡਾ ਅੰਦੋਲਨ ਛੇੜਿਆ ਸੀ ਉਦੋਂ ਸਰਕਾਰਾਂ ਹਿੱਲ ਗਈਆਂ ਨਿਆਂ ਪ੍ਰਣਾਲੀ ਹਿੱਲ ਗਈ ਸਮਝ ਨਹੀਂ ਸੀ ਆਉਂਦੀ ਕੀਤਾ ਕੀ ਜਾਵੇ ਕੇਸ ਸੁਣਨੋਂ ਹਟ ਗਏ ਮਤਲਬ ਇਦਾਂ ਦਾ ਉਹਨਾਂ ਦਾ ਅਸਰ ਹੋਇਆ ਸੀ ਉਦੋਂ ਵੱਡਾ ਅੰਦੋਲਨ ਸੀ ਉਦੋਂ ਦੇਸ਼ ਬਹੁਤ ਵੱਡਾ ਸੀ ਹਿੰਦੁਸਤਾਨ ਇਸ ਤੋਂ ਵੱਡਾ ਦੇਸ਼ ਸੀ ਉਦੋਂ ਹਾਲੇ ਤੱਕ ਜਿਹੜਾ ਹੈਗਾ ਪਾਕਿਸਤਾਨ ਵੀ ਅੱਡ ਨਹੀਂ ਹੋਇਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਬਾਅਦ 'ਚ ਜਿਹੜਾ ਇਹਨੂੰ ਜਾਰੀ ਰੱਖਿਆ ਕਿਸਾਨੀ ਅੰਦੋਲਨ ਨੂੰ ਉਹਦੇ ਵਿੱਚ ਉਤਪਾਦਨ ਦਾ ਸਹੀ ਮੁੱਲ ਮਿਲੇ ਜਿਹਦੀ ਅੱਜ ਲੜਾਈ ਹੋ ਰਹੀ ਹੈ ਇਹੀ ਲੜਾਈ ਸਰ ਛੋਟੂ ਰਾਮ ਨੇ ਵੀ ਲੜੀ ਹੈ ਕਿ ਇੱਕ ਤਾਂ ਉਹਨਾਂ ਦੇ ਉਤਪਾਦਨ ਜਿਹੜਾ ਹੈਗਾ ਜਿਹੜੇ ਜਿਨਸਾਂ ਆ ਉਹਦਾ ਨੂੰ ਨਿਆਇਕ ਮੁੱਲ ਮਿਲੇ ਸਹੀ ਮੁੱਲ ਮਿਲੇ ਦੂਸਰਾ ਉਹਨਾਂ ਨੂੰ ਮੰਡੀਆਂ ਪ੍ਰਦਾਨ ਕੀਤੀਆਂ ਜਾਣ ਜਿਹੜੀ ਅੱਜ ਸਾਡੀ ਸਰਕਾਰ ਮੰਡੀਆਂ ਖਤਮ ਕਰ ਰਹੀ ਹੈ ਇਹਨਾਂ ਮੰਡੀਆਂ ਨੂੰ ਕਾਮਯਾਬ ਕਰਨ ਵਾਸਤੇ ਸਰ ਛੋਟੂ ਰਾਮ ਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ ਬਹੁਤ ਵੱਡੀ ਭੂਮਿਕਾ ਰਹੀ ਦੇਖੋ ਤੁਸੀਂ ਵੀ ਸਨ 1938 ਵਿੱਚ ਸਰ ਛੋਟੂ ਰਾਮ ਨੇ ਯਾਨੀ ਕਿ ਹਿੰਦੁਸਤਾਨ ਦੇ ਲੀਡਰ ਨੇ ਹਿੰਦੁਸਤਾਨ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਔਰ ਅੱਜ ਸਾਡੀ ਸਰਕਾਰ ਉਹ ਜਿਹੜੀ ਅੰਗਰੇਜ਼ਾਂ ਤੋਂ ਲੜਾਈ ਜਿੱਤੀ ਹੋਈ ਹੈ ਉਹਨੂੰ ਸਾਡੀ ਸਰਕਾਰ ਆਪ ਹੀ ਹਾਰ ਰਹੀ ਹੈ ਆਪ ਖੋ ਰਹੀ ਹੈ ਉਹ ਅੰਦੋਲਨਾਂ ਦੇ ਜਿਹੜੇ ਹੱਕ ਪ੍ਰਾਪਤ ਹੋਏ ਸੀ ਫਿਰ ਉਹਨਾਂ ਨੂੰ ਵਾਪਸ ਦੇ ਰਹੀ ਹੈ ਆਪਾਂ ਜੇ ਕਹਿ ਲਈਏ ਤਾਂ ਠੀਕ ਹੈ ਨਾ ਜਿਨ੍ਹਾਂ ਲੋਕਾਂ ਕੋਲੋਂ ਉਹ ਹੱਕ ਲੜ ਕੇ ਪ੍ਰਾਪਤ ਕੀਤੇ ਕੁਰਬਾਨੀਆਂ ਦਿੱਤੀਆਂ ਸਾਡੇ ਬੜੇ ਮਹਾਨ ਆਗੂਆਂ ਨੇ ਸਰਕਾਰ ਅੱਜ ਫਿਰ ਉਹੀ ਹੱਕ ਉਹਨਾਂ ਨੂੰ ਵਾਪਸ ਕਰ ਰਹੀ ਜਿਹੜੇ ਤੁਹਾਡੇ ਤੋਂ ਖੋਏ ਆ ਲਓ ਜੀ ਤੁਸੀਂ ਲਓ ਠੀਕ ਹੈ ਨਾ ਅੱਜ ਮਤਲਬ ਇਹ ਕਿ ਫਿਰ ਉਵੇਂ ਹੋ ਰਿਹਾ ਔਰ ਇਸ ਤੋਂ ਇਲਾਵਾ ਜਿਹੜਾ 1940 ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਕਰਜ਼ਾ ਮੁਆਫੀ ਦੀ ਲੜਾਈ ਲੜੀ ਸੀ ਕਰਜ਼ਾ ਮੁਆਫੀ ਦੀ ਲੜਾਈ ਜਿਹੜੀ ਅੱਜ ਵੀ ਕਿਸਾਨ ਲੜ ਰਹੇ ਆ
ਠੀਕ ਹੈ ਨਾ ਜੀ ਕਮਾਲ ਹੋ ਗਈ ਹੈ। ਮਤਲਬ ਕਿ ਤੁਸੀਂ ਪੌਣੀ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਤੇ ਉਹੀ ਲੜਾਈਆਂ ਅੱਜ ਕਿਸਾਨ ਲੜ ਰਹੇ ਆ ਜਿਹੜੇ ਪੌਣੀ ਸਦੀ ਤੋਂ ਵੱਧ ਜਿਹੜਾ ਪਹਿਲਾਂ ਲੜਾਈਆਂ ਜਿਹੜੀ ਲੜੀਆਂ ਗਈਆਂ ਇੰਨਾ ਸਮਾਂ ਪਹਿਲਾਂ। ਇਤਿਹਾਸ ਦੁਹਰਾਇਆ ਜਾ ਰਿਹਾ, ਇਤਿਹਾਸ ਦੁਹਰਾਇਆ ਕਿ ਜਾ ਰਿਹਾ, ਇਤਿਹਾਸ ਚੱਲੀ ਆ ਰਿਹਾ ਆ। ਕਦਮ ਕਦਮ ਤੇ ਕਿਸਾਨਾਂ ਨੂੰ ਉਹ ਲੜਾਈਆਂ ਫਿਰ ਲੜੀਆਂ ਪੈ ਰਹੀਆਂ। ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਰ ਛੋਟੂ ਰਾਮ ਵਰਗੇ ਜਿਹੜੇ ਲੀਡਰ ਅੱਜ ਨਹੀਂ ਉਹਨਾਂ ਕੋਲ ਹੈਗੇ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਦੇ ਲੀਡਰ ਜਿਹੜੇ ਹੈਗੇ ਉਹ ਮਾੜੇ ਆ, ਪਰ ਅੱਜ ਦੀ ਰਾਜਨੀਤੀ ਦੇਖੋ ਕਿੱਡੀ ਚਲਾਕ, ਅੰਗਰੇਜ਼ਾਂ ਤੋਂ ਵੀ ਚਲਾਕ ਹੋ ਗਈ ਹੈ ਜੀ। ਅੰਗਰੇਜ਼ਾਂ ਤੋਂ ਵੀ ਇੰਨੀ ਚਲਾਕ ਹੋ ਗਈ ਹੈ ਕਿ ਇਹ ਰਾਜਨੀਤੀ ਕਿਸਾਨਾਂ ਨੂੰ ਰੋਲਣ ਤੇ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਉਹ ਇੱਕ ਬਿਲਕੁਲ ਠੋਸ ਪ੍ਰੋਗਰਾਮ ਬਣਾਇਆ ਹੋਇਆ ਹੈ ਕਿ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ, ਤੁਸੀਂ ਆਪੇ ਰੋਲ ਕੇ ਵਾਪਸ ਜਾਓਗੇ ਜੀ। ਤੁਹਾਨੂੰ ਅਸੀਂ ਇਸ ਤਰ੍ਹਾਂ ਜ਼ਲੀਲ ਕਰਾਂਗੇ, ਤੁਹਾਨੂੰ ਅਸੀਂ ਦੇਸ਼ ਵਿਰੋਧੀ ਕਵਾਂਗੇ, ਤੁਹਾਨੂੰ ਅਸੀਂ ਆਹ ਕਰਾਂਗੇ, ਤੁਹਾਨੂੰ ਅਸੀਂ ਇਹ ਕਰਾਂਗੇ। ਹਾਲਾਂਕਿ ਮੈਨੂੰ ਇਹ ਯਕੀਨ ਹੈ ਵੀ ਕਿਸਾਨਾਂ ਦੀ ਲੜਾਈ ਜਿਹੜੀ ਅਸੀਂ ਇਤਿਹਾਸ ਦੇਖ ਰਹੇ ਜਿਹੜੇ ਸਰ ਛੋਟੂ ਰਾਮ ਦੀ ਗੱਲ ਕਰ ਰਹੇ ਹਾਂ, ਕਿਸਾਨ ਇਹ ਆਪਣੇ ਹੱਕ ਲੈਣੇ ਜਾਣਦੇ ਆ ਤੇ ਉਵੇਂ ਹੀ ਡਟਣਗੇ ਸਰਕਾਰ ਦੇ ਖਿਲਾਫ। ਪਰ ਸਰ ਛੋਟੂ ਰਾਮ ਦੀ ਭੂਮਿਕਾ ਜਿਹੜੀ ਹੈਗੀ ਬਹੁਤ ਵੱਡੀ ਹੈ। ਮੂਲ ਅਧਿਕਾਰਾਂ ਦੀ ਲੜਾਈ ਕਿਸਾਨਾਂ ਦੀ ਉਹਨਾਂ ਨੇ ਸ਼ੁਰੂ ਕੀਤੀ ਸੀ, ਕਰਜ਼ਾ ਮੁਆਫੀ ਦੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ ਸੀ, ਉਤਪਾਦਨ ਨੂੰ ਸਹੀ ਤਰੀਕੇ ਨਾਲ ਵੇਚਿਆ ਜਾਵੇ ਤੇ ਉਹਨਾਂ ਨੂੰ ਮੁੱਲ ਮਿਲੇ ਕਿਸਾਨਾਂ ਨੂੰ, ਉਹਦੀ ਲੜਾਈ ਉਹਨਾਂ ਨੇ ਸ਼ੁਰੂ ਕੀਤੀ ਸੀ। ਤੇ ਗਿਰਵੀ ਜ਼ਮੀਨਾਂ ਰੱਖਣ ਵਾਲੇ ਸ਼ਾਹੂਕਾਰਾਂ ਦੇ ਖਿਲਾਫ ਅੱਜ ਵੀ ਆ ਜਿਹੜਾ ਅਸੀਂ ਦੇਖ ਰਹੇ ਹਾਂ ਨਾ ਕਾਨੂੰਨ ਬਣ ਰਿਹਾ ਆ, ਇਹ ਵੀ ਗਿਰਵੀ ਜ਼ਮੀਨਾਂ ਵੱਲ ਜਾ ਰਿਹਾ ਆ। ਯਾਨੀ ਕਿ ਜੇ ਤੁਸੀਂ ਗੱਲ ਕਰੋ ਕਿ ਦੁਬਾਰਾ ਫਿਰ ਜਿਹੜੀ ਚੇਨ ਕਿਵੇਂ ਚੱਲ ਰਹੀ ਹੈ, ਕਿਵੇਂ ਵਾਪਸ ਅਸੀਂ ਜਾ ਰਹੇ ਹਾਂ, ਸਾਡੀਆਂ ਸਰਕਾਰਾਂ ਕਿਵੇਂ ਵਾਪਸ ਉਹਨਾਂ ਨੂੰ ਲਿਆ ਰਹੀਆਂ, ਇਹ ਸਾਰਾ ਕੁਛ ਇਹਦੇ ਵਿੱਚ ਇੱਕ ਬੜੀ ਵੱਡੀ ਪੀੜਾ ਛੁਪੀ ਹੋਈ ਹੈ ਜਿਹਦੇ ਖਿਲਾਫ ਸਰ ਛੋਟੂ ਰਾਮ ਨੇ ਲੜਾਈ ਲੜੀ ਜੀ। ਉਹ ਲੜਾਈ ਜਿਹੜੀ ਹੈਗੀ ਹੈ ਅੱਜ ਸਰ ਛੋਟੂ ਰਾਮ ਦੇ ਜਿਹੜੇ ਅੱਗੇ ਕਿਸਾਨ ਹੈ ਜਿਹੜੇ ਉਹ ਅੰਦੋਲਨ ਜਿਹੜੇ ਚੱਲਦੇ ਆਉਂਦੇ ਸੀ ਉਹਨਾਂ ਨੇ ਉਹ ਲੜਾਈ ਜਿਹੜੀ ਹੈ ਅੱਜ ਵੀ ਉਹ ਲੜ ਰਹੇ ਆ ਜੀ। ਮਦਨਦੀਪ ਸਿੰਘ ਜੀ ਤੁਹਾਨੂੰ ਜਾਣਕਾਰੀ ਦੇ ਰਹੇ ਸੀ ਸਰ ਛੋਟੂ ਰਾਮ ਜੀ ਦੀ, ਕਿਉਂਕਿ ਇੱਕ ਅਹਿਮ ਇਤਿਹਾਸ ਦੇ ਵਿੱਚ ਯੋਗਦਾਨ ਰਿਹਾ ਉਹਨਾਂ ਦਾ। ਕਿਸਾਨ ਨੇ ਜਿਹੜਾ ਅੰਦੋਲਨ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਕਿਸਾਨ ਯੋਗ ਵਧਾਈ ਦਾ ਪਾਤਰ ਹੈ ਕਿ ਉਹਨਾਂ ਨੇ ਇੱਕ ਵੱਡੇ ਜਿਹੜੇ ਕਿਸਾਨ ਆਗੂ ਉਹਨਾਂ ਨੂੰ ਯਾਦ ਕੀਤਾ, ਤੇ ਕਿਉਂਕਿ ਜ਼ਰੂਰਤ ਵੀ ਸੀ ਅਜਿਹੇ ਵੇਲੇ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ, ਇੱਕ ਮਨੋਬਲ ਜਿਹੜਾ ਵਧਿਆ ਜਾਵੇ। ਇਸ ਵੇਲੇ ਸਮਾਂ ਹੋ ਗਿਆ ਜੀ ਬ੍ਰੇਕ ਦਾ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।